ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪ੍ਰੇਮ ਪ੍ਰਕਾਸ਼ ਦੁਆਰਾ ਲਿਖੀ ਹੋਈ ਕਹਾਣੀ ਮਾੜਾ ਬੰਦਾ ਪੜ੍ਹਨ ਜਾ ਰਹੇ ਹਾਂ, ਜੋ ਕਿ 12ਵੀਂ ਸ਼੍ਰੇਣੀ ਦੀ ਪਾਠ ਪੁਸਤਕ ਲਾਜ਼ਮੀ ਪੰਜਾਬੀ ਵਿੱਚ ਦਰਜ ਹੈ ਔਰ 12ਵੀਂ ਕਲਾਸ ਦੇ CBSE ਦੇ ਸਿਲੇਬਸ ਅਨੁਸਾਰ ਇਹ ਤੀਜੀ ਕਹਾਣੀ ਹੈ। ਇਸ ਕਹਾਣੀ ਵਿੱਚ ਜਿਹੜਾ ਹੈ ਪ੍ਰੇਮ ਪ੍ਰਕਾਸ਼ ਦੁਆਰਾ ਲਿਖੀ ਹੋਈ ਕਹਾਣੀ ਹੈ, ਅਤੇ ਇਸ ਵਿੱਚ ਕਹਾਣੀਕਾਰ ਨੇ ਮੱਧ ਵਰਗ ਅਤੇ ਜਿਹੜੇ ਰਿਸ਼ਕੇ ਵਾਲੇ ਜੋ ਕਿ ਨਿਮਨ ਵਰਗ ਦੀ ਮਾਨਸਿਕਤਾ ਨੂੰ ਉਗਾੜਿਆ। ਭਾਵ ਜਿਹੜਾ ਕਹਾਣੀਕਾਰ ਹੈ ਉਹ ਮੱਧ ਵਰਗ ਨਾਲ ਸੰਬੰਧ ਰੱਖਦਾ ਹੈ, ਅਤੇ ਜਿਹੜਾ ਰਿਕਸ਼ੇ ਵਾਲਾ ਹੈ ਉਹ ਨਿਮਨ ਵਰਗ ਨਾਲ ਸੰਬੰਧ ਰੱਖਦਾ ਹੈ। ਦੋਨਾਂ ਦੀ ਮਾਨਸਿਕਤਾ ਦੀ ਪੇਸ਼ਕਾਰੀ ਇਸ ਕਹਾਣੀ ਵਿੱਚ ਹੋਈ ਹੈ। ਇਸ ਕਹਾਣੀ ਨੂੰ ਪੜ੍ਹਨ ਤੋਂ ਪਹਿਲਾਂ ਅਸੀਂ ਥੋੜ੍ਹਾ ਜਿਹਾ ਪ੍ਰੇਮ ਪ੍ਰਕਾਸ਼ ਬਾਰੇ ਜਿਹੜਾ ਉਹ ਜਾਣਕਾਰੀ ਲੈ ਲੈਂਦੇ ਹਾਂ। ਸੋ ਪ੍ਰੇਮ ਪ੍ਰਕਾਸ਼ ਜਿਹੜਾ ਆ ਉਹ ਇਸ ਕਹਾਣੀ ਦਾ ਜਿਹੜਾ ਉਹ ਲੇਖਕ ਹੈ, ਔਰ ਉਹਨਾਂ ਦੀ ਮਾਤਾ ਦਾ ਨਾਮ ਦਇਆਵੰਤੀ ਹੈ, ਔਰ ਪਿਤਾ ਦਾ ਨਾਮ ਰਾਮ ਪ੍ਰਸਾਦ ਹੈ। ਜਨਮ ਦੀ ਜੇਕਰ ਗੱਲ ਕਰੀਏ ਤਾਂ ਕਾਗਜ਼ਾਂ ਵਿੱਚ 7/4/1932 ਅਤੇ ਅਸਲੀ ਜਿਹੜੀ ਮਿਤੀ ਹੈ ਉਹ 26/6/1932 ਹੈਗੀ ਹੈ। ਔਰ ਜਨਮ ਸਥਾਨ ਖੰਨਾ ਪਿੰਡ ਔਰ ਜ਼ਿਲ੍ਹਾ ਲੁਧਿਆਣਾ ਆ। ਔਰ ਕਿੱਤੇ ਦੀ ਜੇਕਰ ਗੱਲ ਕਰੀਏ ਤਾਂ ਅਧਿਆਪਕ, ਸੰਪਾਦਕ, ਸਾਹਿਤਕਾਰ ਰਹਿ ਚੁੱਕੇ ਨੇ। ਰਚਨਾਵਾਂ ਉਹਨਾਂ ਨੇ ਕਚਕੜੇ, ਨਮਾਜ਼ੀ, ਸਵੇਤਾਂਬਰ, ਠੀਕ ਹੈ, ਸਵੇਤਾਂਬਰ ਨੇ ਕਿਹਾ ਸੀ। ਕੁਝ ਅਣਕਿਹਾ ਵੀ, ਰੰਗਮੰਚ ਤੇ ਭਿਕਸ਼ੂ ਕਹਾਣੀ ਸੰਗ੍ਰਹਿ ਉਹਨਾਂ ਨੇ ਦਿੱਤੇ ਨੇ ਪੰਜਾਬੀ ਸਾਹਿਤ ਨੂੰ। ਔਰ ਸਵੈ ਜੀਵਨੀ, ਬੰਦੇ ਅੰਦਰ ਬੰਦੇ ਅਤੇ ਆਤਮ ਮਾਇਆ ਅਤੇ ਨਾਵਲ ਦਸਤਾਵੇਜ਼ ਉਹਨਾਂ ਨੇ ਜਿਹੜੇ ਨੇ ਉਹ ਪੰਜਾਬੀ ਸਾਹਿਤ ਨੂੰ ਪੇਂਟ ਕੀਤੇ ਨੇ। ਜੇਕਰ ਸਨਮਾਨ ਦੀ ਗੱਲ ਕਰੀਏ ਤਾਂ ਉਹਨਾਂ ਦੀਆਂ ਜਿਹੜੀਆਂ ਰਚਨਾਵਾਂ ਨੇ ਕੁਝ ਅਣਕਿਹਾ ਵੀ ਕਹਾਣੀ ਸੰਗ੍ਰਹਿ ਦੇ ਉੱਪਰ ਉਹਨਾਂ ਨੂੰ ਜਿਹੜਾ ਉਹ ਪੁਰਸਕਾਰ, ਰਾਸ਼ਟਰੀ ਸਾਹਿਤ ਅਕਾਦਮੀ ਪੁਰਸਕਾਰ ਮਿਲ ਚੁੱਕਾ ਆ। ਜੇਕਰ ਇਸ ਕਹਾਣੀ ਦੀ ਗੱਲ ਕਰੀਏ ਤਾਂ ਇਸ ਕਹਾਣੀ ਵਿੱਚ ਉਹਨਾਂ ਨੇ ਦੋ ਵਰਗਾਂ ਦੀ ਜਿਹੜੀ ਹੈ ਉਹ ਮਾਨਸਿਕਤਾ ਨੂੰ ਪੇਸ਼ ਕੀਤੀ ਹੈ। ਇੱਕ ਇਸ ਵਿੱਚ ਜਿਹੜੇ ਪਾਤਰ ਨੇ ਉਹ ਰਕਸ਼ਾ ਆ, ਕਹਾਣੀਕਾਰ ਹੈ ਜੋ ਉੱਤਮ ਪੁਰਖ ਦਾ ਕਿਰਦਾਰ ਕਰ ਰਿਹਾ, ਔਰ ਰਕਸ਼ੇ ਵਾਲਾ ਅਨਿਆ ਪੁਰਖ ਦੇ ਰੂਪ ਵਿੱਚ ਆਇਆ। ਔਰ ਕਹਾਣੀ ਦੀ ਜਿਹੜੀ ਪਤਨੀ ਹੈ ਕਹਾਣੀਕਾਰ ਦੀ, ਉਹ ਜਿਹੜੀ ਹੈ ਮੱਧ ਪੁਰਖ ਦੇ ਵਿੱਚ ਜਿਹੜੀ ਇੱਥੇ ਆਈ ਹੈ। ਕਹਾਣੀਕਾਰ ਅਤੇ ਕਹਾਣੀਕਾਰ ਦੀ ਪਤਨੀ ਦੇ ਵਿੱਚ ਆਪਸੀ ਵਾਰਤਾਲਾਪ ਹੈ, ਔਰ ਰਕਸ਼ੇ ਵਾਲੇ ਦੀ ਜਿਹੜੀ ਗੱਲ ਹੈ ਉਹ ਕਰ ਰਹੇ ਨੇ। ਸੋ ਇਸ ਤਰੀਕੇ ਦੇ ਨਾਲ ਇਹ ਕਹਾਣੀ ਜਿਹੜੀ ਹੈ ਉਹ ਦੋਨਾਂ ਦੀ, ਮੱਧ ਵਰਗੀ ਅਤੇ ਨਿਮਨ ਵਰਗ, ਰਕਸ਼ਾ ਵਾਲਾ ਬਹੁਤ ਗਰੀਬ ਹੈ ਔਰ ਨਿਮਨ ਵਰਗ ਦੀ ਪ੍ਰਤੀਨਿਧਤਾ ਕਰ ਰਿਹਾ, ਉਹਦੀ ਮਾਨਸਿਕਤਾ ਨੂੰ ਇਹਦੇ ਵਿੱਚ ਉਗਾੜਦੇ ਨੇ। ਔਰ ਸਟਾਰਟਿੰਗ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਸ ਕਹਾਣੀ ਵਿੱਚ ਜਿਹੜਾ ਸਬਜ਼ੀ ਮੰਡੀ ਤੋਂ ਘਰ ਆਉਣ ਲਈ ਲੇਖਕ ਦੀ ਜਿਹੜੀ ਪਤਨੀ ਹੈ ਉਹ ਰਿਕਸ਼ੇ ਵਾਲੇ ਨੂੰ 2 ਰੁਪਏ ਕਿਰਾਇਆ ਦੇਣ ਲਈ ਮਿੱਥ ਲੈਂਦੀ ਹੈ। ਭਾਵ ਸਬਜ਼ੀ ਮੰਡੀ ਤੋਂ ਘਰ ਆਉਂਦੀ ਹੈ ਅਤੇ ਰਿਕਸ਼ੇ ਵਾਲੇ ਦੇ ਨਾਲ ਗੱਲਬਾਤ ਕਰ ਲੈਂਦੀ ਹੈ ਕਿ 2 ਰੁਪਇਆ ਕਿਰਾਇਆ ਦੇਗੀ। ਜਦੋਂ ਘਰ ਦੇ ਗਾੜੀ ਰਿਕਸ਼ੇ ਵਾਲਾ ਲੈ ਕੇ ਆਉਂਦਾ ਹੈ ਅਤੇ 2 ਰੁਪਏ ਉਹਨੂੰ ਲੈਣ ਤੋਂ ਮਨਾ ਕਰ ਦਿੰਦਾ ਹੈ। ਉਸ ਦਾ ਤਰਕ ਹੈ ਕਿ ਜਿੰਨੀ ਦੂਰ ਉਸਨੇ ਘਰ ਸਮਝਿਆ ਸੀ ਉਸ ਤੋਂ ਉਹ ਦੂਰ ਨਿਕਲਿਆ, ਇਸ ਕਰਕੇ ਹੁਣ 2 ਦੀ ਥਾਂ 'ਤੇ 3 ਰੁਪਏ ਉਹ ਮੰਗਦਾ ਆ। ਲੇਖ ਗੁੱਸੇ ਵਿੱਚ ਆ ਕੇ ਰਿਕਸ਼ੇ ਵਾਲੇ ਨੂੰ ਮਾਰਨ ਲੱਗਦਾ ਆ, ਅਤੇ ਉਹ ਜਿਹੜਾ ਰਿਕਸ਼ਾ ਲੈ ਕੇ ਤੁਰ ਪਏ। ਪਰ ਜਿਹੜਾ ਉਹਨਾਂ ਦੇ ਵਿੱਚ ਇਸੇ ਗੱਲ ਤੋਂ ਉਹ ਪੈਸੇ ਜਿਹੜੇ ਦਿੱਤੇ ਹੁੰਦੇ ਨੇ ਉਹ ਸੁੱਟ ਦਿੰਦੇ ਨੇ, ਔਰ ਲੇਖਕ ਦੇ ਉਸ ਰਕਸ਼ੇ ਵਾਲੇ ਦੇ ਵਿੱਚ ਝਗੜਾ ਹੋ ਜਾਂਦਾ ਆ। ਸੋ ਜਿਹੜਾ ਆ ਕਿਉਂਕਿ ਲੇਖਕ ਕਹਿੰਦਾ ਹੈ ਕਿ ਉਹ ਉਹਨੇ ਗੱਲਬਾਤ ਕਰਕੇ ਅਤੇ ਹੁਣ ਵੱਧ ਪੈਸੇ ਮੰਗ ਰਿਹਾ। ਲੇਖ ਦਾ ਮੰਨਣਾ ਸੀ ਕਿ 1 ਰੁਪਇਆ ਵੱਧ ਮੰਗ ਕੇ 50 ਪੈਸੇ ਲੈਣਾ ਚਾਹੁੰਦਾ ਆ, ਪਰ ਉਸਦਾ ਤਰੀਕਾ ਗਲਤ ਸੀ। ਜੇਕਰ ਉਹ ਨਿਮਰਤਾ ਅਤੇ ਮਿਹਨਤ ਨਾਲ ਪੈਸੇ ਮੰਗਣੇ ਚਾਹੀਦੇ ਸੀ ਉਹਨੂੰ, ਅਤੇ ਪਰ ਰਕਸ਼ੇ ਵਾਲਾ ਜਿਹੜਾ ਅੱਗੋਂ ਗੁੱਸੇ ਵਿੱਚ ਆ ਕੇ 2 ਰੁਪਏ ਵਗਾ ਕੇ ਸੁੱਟ ਦਿੰਦਾ ਆ। ਫਿਰ ਇਸ ਤਰੀਕੇ ਨਾਲ ਲੇਖਕ ਦੀ ਪਤਨੀ ਰਸੋਈ ਵਿੱਚ ਕੰਮ ਕਰਦੀ ਹੋਈ ਵੀ ਆਨੀ ਬਹਾਨੇ ਰਿਕਸ਼ੇ ਵਾਲੇ ਨੂੰ ਦੇਖ ਰਹੀ ਸੀ, ਕਿਉਂਕਿ ਰਿਕਸ਼ੇ ਵਾਲਾ ਉੱਥੋਂ ਗਿਆ ਨਹੀਂ ਸੀ। ਉਹ ਬਾਹਰ ਜਾ ਕੇ ਪਾਰਕ ਵਿੱਚ ਰਿਕਸ਼ਾ ਖੜਾ ਹੋ ਗਿਆ ਸੀ, ਔਰ ਜਿਹੜਾ ਸੀ ਉਹ ਰੁੱਖ ਵੱਲੇ ਕਰਕੇ ਰਿਕਸ਼ੇ ਦੀ ਕਾਠੀ ਉੱਤੇ ਕੂਹਣੀ ਰੱਖ ਕੇ ਚੁੱਕਿਆ ਹੋਇਆ ਖੜਾ ਸੀ। ਲੇਖ ਨੇ ਚਿੱਠੀ ਲਿਖਣੀ ਸ਼ੁਰੂ ਕੀਤੀ ਹੋਈ ਸੀ, ਜੋ ਕਿ ਪਹਿਲਾਂ ਦੀ ਪਈ ਹੋਈ ਸੀ ਅਤੇ ਅਧੂਰੀ ਸੀ। ਇਸ ਤਰ੍ਹਾਂ ਲੇਖਕ ਨੇ ਜਿਹੜਾ ਸੀ ਇਸ ਚਿੱਠੀ ਦੇ ਰਾਹੀਂ ਆਪਣੇ ਆਪ ਨੂੰ ਬਿਜ਼ੀ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਦੋਨਾਂ ਦਾ ਧਿਆਨ ਜਿਹੜਾ ਸੀ ਉਹ ਬਾਰ-ਬਾਰ ਜਿਹੜਾ ਉਹ ਰਿਕਸ਼ੇ ਵੱਲ ਹੀ ਜਿਹੜਾ ਸੀ ਉਹ ਜਾ ਰਿਹਾ ਸੀ। ਸੋ ਇਸ ਤਰੀਕੇ ਦੇ ਨਾਲ ਰਿਕਸ਼ੇ ਵਾਲੇ ਦੀ ਪਿੱਠ ਝੁਕੀ ਹੋਈ ਸੀ ਅਤੇ ਬੁਰਸ਼ਟ ਨੂੰ ਹੋਰ ਕਿਸੇ ਰੰਗ ਦੀ ਟਾਕੀ ਲੱਗੀ ਹੋਈ ਸੀ। ਜੇਕਰ ਉਹਦੇ ਹੁਲੀਆ ਦੀ ਗੱਲ ਕਰੀਏ ਤਾਂ ਲੱਤਾਂ ਪਤਲੀਆਂ ਸੀ, ਕਾਲੀਆਂ ਸੀ, ਉਸਦਾ ਉਹਨੇ ਕੱਛਾ ਪਾਇਆ ਹੋਇਆ ਸੀ, ਔਰ ਲੇਖ ਅੰਦਰੋਂ ਇੰਨਾ ਖਿਝਿਆ ਹੋਇਆ ਸੀ ਕਿ ਮਤਲਬ ਜਿਹੜਾ ਸੀ ਉਹਨੂੰ ਬਹੁਤ ਗੁੱਸਾ ਸੀ। ਉਹਦਾ ਦਿਲ ਕਰਦਾ ਸੀ ਕਿ ਉਸ ਦੀਆਂ ਬਾਹਾਂ ਮਰੋੜ ਸੁੱਟੇ ਅਤੇ ਕਮੀਨੇ ਬੰਦੇ ਨੂੰ ਮੂੰਹ ਨਹੀਂ ਲੱਗਣਾ ਚਾਹੀਦਾ। ਪਰ ਚਾਹ ਦਾ ਕੱਪ ਦਿੰਦੀ ਹੋਈ ਲੇਖ ਦੀ ਪਤਨੀ ਉਹਨੂੰ ਕਹਿੰਦੀ ਹੈ ਕਿ ਆਪਾਂ 3 ਰੁਪਏ ਦੇ ਦੇਣੇ ਚਾਹੀਦੇ ਸੀ, ਕਿਉਂਕਿ ਪੈਸੇ ਸਾਡੇ ਕੋਲ ਇੰਨੇ ਪੈਸੇ ਡਿੱਗ ਵੀ ਰਹਿੰਦੇ ਨੇ, ਬੱਚੇ ਵੀ ਜਿਹੜੇ ਨੇ ਉਹ ਰੋਜ਼ ਇੰਨੇ ਪੈਸੇ ਜਿਹੜੇ ਨੇ ਉਹ ਖਰਚ ਲੈਂਦੇ ਨੇ। ਸੋ ਇਸ ਤਰੀਕੇ ਦੇ ਨਾਲ ਜਿਹੜੇ ਕਹਾਣੀਕਾਰ ਦੀ ਪਤਨੀ ਨੂੰ ਸਮਝਾਉਂਦੀ ਹੈ, ਪਰ ਕਹਾਣੀਕਾਰ ਨਹੀਂ ਮੰਨਦਾ, ਠੀਕ ਹੈ, ਕਿਉਂਕਿ ਪੈਸੇ ਸਾਡੇ ਕੋਲ ਜਦੋਂ ਕਹਿੰਦੀ ਹੈ ਡਿੱਗ ਪੈਂਦੇ ਨੇ। ਤਾਂ ਇਸ ਤੋਂ ਇਲਾਵਾ 2.5 ਰੁਪਏ ਕਈ ਵਾਰੀ ਜਿਹੜੀਆਂ ਲੇਖਕਾਂ ਨੇ ਸਿਗਰਟਾਂ ਵੀ ਫੂਕ ਛੱਡਦਾ ਹੈ, ਲੇਖਕ ਨੂੰ ਕਹਿੰਦੀ ਹੈ, ਪਰ ਲੇਖ ਦੇ ਉੱਤੇ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਹੁੰਦਾ। ਗਾਹਕ ਆਉਣ 'ਤੇ ਵੀ ਰਿਕਸ਼ੇ ਵਾਲਾ ਜਾਣ ਤੋਂ ਮਨਾ ਕਰ ਦਿੰਦਾ ਹੈ, ਜਿਸ ਕਰਕੇ ਲੇਖ ਨੂੰ ਜਾਹਿਲ ਲੱਗਦਾ ਹੈ, ਭਾਵ ਮੂਰਖ ਲੱਗਦਾ ਆ। ਔਰ ਗੁੱਸੇ ਵਿੱਚ ਆ ਕੇ ਲੇਖ ਰਿਕਸ਼ੇ ਵਾਲੇ ਦੀ ਸ਼ਿਕਾਇਤ ਪੁਲਿਸ ਕੋਲ ਕਰਨ ਦਾ ਮਨ ਬਣਾ ਲੈਂਦਾ, ਅਤੇ ਇਹਨੇ ਨੂੰ ਜਿਹੜਾ ਉਹ ਭਲਾ ਮਾਨਸ ਬਣ ਕੇ ਪੈਸੇ ਲੈ ਕੇ ਜਾਂ ਤੁਰਾ ਜਾ, ਅਤੇ ਨਹੀਂ ਤਾਂ ਉਹ ਸੋਚਦਾ ਕਿ ਮੈਂ ਪੁਲਿਸ ਵਿੱਚ ਦਿਆਂਗਾ, ਪਰ ਉਹ ਇੰਨੇ ਚਿਰ ਨੂੰ ਜਿਹੜਾ ਉੱਥੋਂ ਚਲਿਆ ਜਾਂਦਾ ਆ। ਔਰ ਦੋਨੋਂ ਜਿਹੜੇ ਲੋਨ ਵਿੱਚ ਬੈਠ ਕੇ ਲੇਖ ਅਤੇ ਲੇਖ ਦੀ ਪਤਨੀ ਗੱਲਾਂ ਕਰਦੇ ਨੇ।
ਔਰ ਫਿਰ ਪਤਨੀ ਜਿਹੜੀ ਆ ਉਹ ਸੁਰਖਰੂ ਹੋ ਕੇ ਬੈਠ ਜਾਂਦੇ ਨੇ ਕਿ ਸ਼ੁਕਰ ਹੈ ਰਕਸ਼ੇ ਵਾਲਾ ਚਲਾ ਗਿਆ, ਕੋਈ ਗੱਲਬਾਤ ਨਹੀਂ ਕੀਤੀ। ਕਿ ਪਹਿਲਾਂ ਉਹਨੂੰ ਲੱਗਦਾ ਕਿ ਸ਼ਾਇਦ ਉਹ ਇਕੱਠਾ ਕਰੇਗਾ ਆਪਣੇ ਹੋਰ ਰਕਸ਼ੇ ਵਾਲਿਆਂ ਨੂੰ ਇਕੱਠਾ ਕਰਕੇ ਕੋਈ ਹੰਗਾਮਾ ਨਾ ਕਰੇ, ਪਰ ਜਿਹੜਾ ਆ ਉਹ ਇਹ ਸਭ ਕੁਝ ਜਿਹੜਾ ਆਪਣੇ ਆਪ ਸਹੀ ਹੋ ਜਾਂਦਾ ਆ। ਸੋ ਇਸ ਤਰੀਕੇ ਦੇ ਨਾਲ ਮਤਲਬ ਜਿੰਨਾ ਉਹ ਦਲੇਰ ਆਪਣੇ ਆਪ ਨੂੰ ਸ਼ੋਅ ਕਰਦੇ ਨੇ ਉਨੇ ਹੁੰਦੇ ਨਹੀਂ ਹੈ ਇਸ ਕਹਾਣੀ ਵਿੱਚ, ਇਹੀ ਸਾਨੂੰ ਜਿਹੜਾ ਉਹ ਦਿਖਾਇਆ ਗਿਆ। ਸੋ ਇਹ ਲਾਸਟ ਦੇ ਵਿੱਚ ਜਿਹੜਾ ਆ ਉਹ ਫਿਰ ਆਪਸ ਵਿੱਚ ਗੱਲਾਂ ਕਰਦੇ ਨੇ ਕਿ ਆਪਾਂ ਹੁਣ 3 ਰੁਪਏ ਪਿੰਗਲਵਾੜ ਨੂੰ ਦੇ ਦਿਆਂਗੇ। ਅਤੇ ਲੇਖ ਦੱਸਦਾ ਕਿ ਜਿਹੜੇ ਉਹ 50 ਰੁਪਏ ਵੱਧ ਮੰਗ ਰਿਹਾ ਸੀ ਉਹਦਾ ਕੀ ਕਰਨਾ ਹੈ, ਅਤੇ ਉਹ ਕਹਿੰਦੀ ਕਿ ਆਪਾਂ ਕਿਸੇ ਮੰਗਤੇ ਦੀ ਜਿਹੜੀ ਉਹ ਤਲੀ 'ਤੇ ਰੱਖ ਦਿਆਂਗੇ, ਠੀਕ ਹੈ, ਜਿਵੇਂ ਤੇਰੀ ਮਰਜ਼ੀ ਤੂੰ ਮੁਖਤਿਆਰ ਹੈ, ਮੈਨੂੰ ਕੀ। ਗੱਲ ਕਰਕੇ ਅਸੀਂ ਇੱਕ ਦੂਜੇ ਵੱਲ ਵੇਖ ਕੇ ਮੁਸਕਰਾਏ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਇਸ ਕਹਾਣੀ ਇਹਦੇ ਵਿੱਚ ਜਿਹੜਾ ਆ ਉਹਨੇ ਮਤਲਬ ਰਕਸ਼ੇ ਵਾਲੇ ਦੀ ਜਿਹੜੀ ਆ ਉਹ ਆਪ ਮਾਨਸਿਕਤਾ ਦੀ ਪੇਸ਼ਕਾਰੀ ਕੀਤੀ ਹੈ, ਨਾਲ ਦੀ ਨਾਲ ਮੱਧ ਵਰਗੀ ਸ਼੍ਰੇਣੀ ਪਤੀ ਪਤਨੀ ਦੀ ਮਾਨਸਿਕਤਾ ਨੂੰ ਪੇਸ਼ ਕੀਤੀ ਹੈ, ਠੀਕ ਹੈ। ਔਰ ਉਸ ਤੋਂ ਬਾਅਦ ਜਿਹੜਾ ਆ ਉਹ ਸੁੱਖ ਦਾ ਸਾਹ ਲੈਂਦੇ ਜਦੋਂ ਰਕਸ਼ੇ ਵਾਲਾ ਚਲ ਜਾਂਦਾ, ਪਰ ਉਹਨਾਂ ਨੂੰ ਦੋਸ਼ ਭਾਵਨਾ ਵੀ ਆ ਘੇਰਦੀ ਹੈ ਕਿ ਉਹਨਾਂ ਨੂੰ ਲੱਗਦਾ ਕਿ ਸਾਨੂੰ ਜਿਹੜੇ ਨੇ ਉਹ ਪੈਸੇ ਦੇਣੇ ਚਾਹੀਦੇ ਨੇ, ਇਸ ਕਰਕੇ ਉਹ ਸੋਚਦੇ ਨੇ ਕਿ ਦਾਨ ਹੀ ਕਰ ਦਿੱਤੇ ਜਾਣ ਇੰਨੇ ਪੈਸੇ, ਆਪਾਂ ਕਿਸੇ ਗਰੀਬ ਦਾ ਜਿਹੜਾ ਦਿਲ ਦੁਖਾਇਆ ਆ। ਅਤੇ ਦੂਜੇ ਪਾਸੇ ਜਿਹੜਾ ਆ ਉਹ ਦੁਖੀ ਹੋ ਕੇ ਰਕਸ਼ੇ ਵਾਲਾ ਵੀ ਜਿਹੜਾ ਉਹ ਚਲਾ ਜਾਂਦਾ ਆ। ਸੋ ਇਸ ਤਰੀਕੇ ਦੇ ਨਾਲ ਜਿਹੜਾ ਆ ਉਹ ਇਸ ਕਹਾਣੀ ਵਿੱਚ ਇਹ ਵੀ ਚੀਜ਼ ਵਿਖਾਈ ਗਈ ਹੈ ਕਿ ਜਿਹੜੇ ਮੱਧ ਵਰਗੀ ਮਨੁੱਖ ਨੇ, ਪਤੀ ਪਤਨੀ ਨੇ, ਉਹਨਾਂ ਦੀ ਮਾਨਸਿਕਤਾ ਨੂੰ ਪੇਸ਼ ਕੀਤਾ ਕਿ ਉੱਪਰੋਂ ਤਾਕਤਵਰ ਹੋਣ ਦਾ ਦਿਖਾਵਾ ਕਰਦੇ ਨੇ ਪਰ ਅੰਦਰੋਂ ਬਹੁਤ ਕਮਜ਼ੋਰ ਨੇ, ਭਾਵੇਂ ਉੱਧਰੋਂ ਸਖਤੀ ਵਰਤਦੇ ਨੇ, ਕਿਸੇ ਦੀ ਬੇਇੱਜ਼ਤੀ ਕਰਦੇ ਨੇ, ਪਰ ਅੰਦਰੋਂ ਉਹਨਾਂ ਦੇ ਅੰਦਰ ਹਮਦਰਦੀ ਵੀ ਹੈ। ਸੋ ਇਸ ਤਰੀਕੇ ਨਾਲ ਉਹ ਪੈਸੇ ਜਿਹੜੇ ਨੇ ਜਿਹੜੇ ਰਕਸ਼ੇ ਵਾਲੇ ਨੂੰ ਨਹੀਂ ਦਿੰਦੇ, ਉਹ ਦੂਜੇ ਪਾਸੇ ਪਿੰਗਲਵਾੜੇ ਵਿੱਚ ਤੇ ਕਿਸੇ ਮੰਗਤੇ ਨੂੰ ਦਾਨ ਦੇਣ ਦੀ ਗੱਲ ਕਰਦੇ ਨੇ, ਕਿਉਂਕਿ ਉਹਨੂੰ ਲੱਗਦਾ ਕਿ ਰਕਸ਼ੇ ਵਾਲਾ ਗਲਤ ਹੈਗਾ, ਉਹ ਆਪਣੀ ਮਿਹਨਤ ਦੇ ਪੈਸੇ ਲਵੇ। ਜਦੋਂ ਉਹਨੇ ਗੱਲ ਕਰ ਹੀ ਲਈ ਹੈ ਤਾਂ ਫਿਰ ਉਹਨੂੰ ਉਨੇ ਪੈਸੇ ਹੀ ਲੈਣੇ ਚਾਹੀਦੇ ਨੇ। ਦੂਜੇ ਪਾਸੇ ਰਕਸ਼ੇ ਵਾਲੇ ਨੂੰ ਲੱਗਦਾ ਕਿ ਮੈਂ ਮਿਹਨਤ ਵੱਧ ਲਾਈ, ਇਸ ਕਰਕੇ ਮੇਰੇ ਵੱਧ ਪੈਸੇ ਬਣਦੇ ਆ। ਸੋ ਇਸ ਤਰੀਕੇ ਨਾਲ ਦੋਹਾਂ ਦੀ ਮਾਨਸਿਕਤਾ ਨੂੰ ਇਸ ਕਹਾਣੀ ਵਿੱਚ ਉਗਾੜਿਆ ਗਿਆ ਹੈ। ਉਮੀਦ ਹੈ ਸਮਝ ਆਈ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।